ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 12ਵੀਂ ਜਮਾਤ ਦੇ ਵਿਸ਼ੇ ਵਾਕ ਅਤੇ ਉਸ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ ਅਤੇ ਵਾਕ ਵਟਾਂਦਰਾ ਬਾਰੇ ਸਮਝਾਂਗੇ। ਪਰ ਵਾਕ ਵਟਾਂਦਰਾ ਨੂੰ ਸਮਝਣ ਤੋਂ ਪਹਿਲਾਂ ਵਾਕ ਤੋਂ ਕੀ ਭਾਵ ਹੈ, ਵਾਕ ਦਾ ਅਰਥ ਕੀ ਹੈ ਭਾਵ, ਅਤੇ ਵਾਕ ਦੀਆਂ ਕਿਹੜੀਆਂ ਕਿਸਮਾਂ ਨੇ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਾਕ ਜਿਹੜਾ ਆ ਉਹ ਅਸੀਂ ਮੰਨਦੇ ਹਾਂ ਕਿ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈਗਾ ਆ। ਸੋ ਭਾਸ਼ਾ ਦੀਆਂ ਬਾਕੀਆਂ ਜਿਹੜੀਆਂ ਇਕਾਈਆਂ ਨੇ ਜੋ ਇਸ ਵਾਕ ਤੋਂ ਛੋਟੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ। ਇਹਨਾਂ ਸਭ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਿਆਕਰਨ ਕੀ ਹੈ ਔਰ ਵਿਆਕਰਨਿਕ ਇਕਾਈਆਂ ਕਿਹੜੀਆਂ ਨੇ ਭਾਸ਼ਾ ਦੇ ਵਿੱਚ। ਸੋ ਭਾਸ਼ਾ ਪਿੱਛੇ ਜਿਹੜੇ ਕਾਰਜਸ਼ੀਲ ਸਮੂਹ ਨਿਯਮਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ, ਵਿਆਕਰਨ। ਵਿਆਕਰਨ ਕੀ ਕਰਦੀ ਹੈ, ਭਾਸ਼ਾ ਦੇ ਸ਼ੁੱਧ ਰੂਪ ਨੂੰ ਦ੍ਰਿੜ ਕਰਾਉਂਦੀ ਹੈ। ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਸਮਝਣ ਸਿੱਖਣ ਦੇ ਲਈ ਸਾਨੂੰ ਵਿਆਕਰਨ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕੁਝ ਬੋਲ ਰਹੇ ਹਾਂ, ਸਾਡੇ ਮੂੰਹ 'ਚੋਂ ਕੁਝ ਆਵਾਜ਼ਾਂ ਨਿਕਲਦੀਆਂ ਨੇ, ਉਹ ਕੀ ਹੁੰਦੀਆਂ ਨੇ, ਧੁਨੀ ਹੁੰਦੀਆਂ ਨੇ। ਧੁਨੀ ਜਿਹੜੀਆਂ ਨੇ ਸਭ ਤੋਂ ਪਹਿਲੀ ਭਾਸ਼ਾ ਦੀ ਇਕਾਈ ਹੈ, ਪਰ ਇਸ ਨੂੰ ਅਸੀਂ ਸਾਰਥਕ ਇਕਾਈ ਨਹੀਂ ਮੰਨਦੇ। ਭਾਸ਼ਾ ਦੀਆਂ ਜੇ ਵਿਆਕਰਨਿਕ ਇਕਾਈਆਂ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਸਾਡੇ ਕੋਲ ਧੁਨੀ ਆਉਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਅਗਲੀ ਜਿਹੜੀ ਵਿਆਕਰਨਿਕ ਇਕਾਈ ਹੈ ਉਹ ਹੈ ਭਾਵੰਸ਼। ਮੰਨ ਲਓ ਮੈਂ ਕੋਈ ਸ਼ਬਦ ਬੋਲਿਆ ਕਮਲ, ਕੱਕਾ ਮੰਮਾ ਅਤੇ ਲੱਲਾ, ਕਮਲ। ਜਦੋਂ ਇਹ ਛੋਟੇ ਭਾਵੰਸ਼ ਮਤਲਬ ਅਲੱਗ ਭਾਵੰਸ਼ ਨੇ, ਜਿਨ੍ਹਾਂ ਇਹਨਾਂ ਨੂੰ ਅਸੀਂ ਜੋੜਦੇ ਹਾਂ ਅਤੇ ਸਾਡੇ ਕੋਲ ਕੀ ਬਣ ਜਾਂਦਾ ਹੈ, ਸ਼ਬਦ ਕਮਲ ਜਿਹੜਾ ਆ ਉਹ ਬਣ ਜਾਂਦਾ ਹੈ। ਸੋ ਭਾਵੰਸ਼ ਤੋਂ ਅਗਲੀ ਜਿਹੜੀ ਇਕਾਈ ਉਹ ਕੀ ਹੈ, ਸ਼ਬਦ। ਇਹ ਭਾਸ਼ਾ ਦੀਆਂ 3 ਇਕਾਈਆਂ ਨੇ, ਸਭ ਤੋਂ ਪਹਿਲਾਂ ਧੁਨੀ, ਫਿਰ ਭਾਵੰਸ਼, ਫਿਰ ਸ਼ਬਦ। ਇਸ ਤੋਂ ਇਲਾਵਾ ਸ਼ਬਦ ਜਿਹੜਾ ਆ ਭਾਵੰਸ਼ ਸ਼ਬਦ ਤੋਂ ਛੋਟਾ ਅਤੇ ਜਿਹੜਾ ਆ ਉਹ ਧੁਨੀ ਨਾਲੋਂ ਵੱਡਾ ਹੁੰਦਾ ਆ। ਸੋ ਇਸੇ ਤਰ੍ਹਾਂ ਹੀ ਜਿਹੜਾ ਆ ਉਹ ਸ਼ਬਦ ਭਾਵੰਸ਼ ਤੋਂ ਵੱਡਾ ਅਤੇ ਵਾਕੰਸ਼ ਤੋਂ ਛੋਟਾ ਹੁੰਦਾ ਹੈ। ਸੋ ਅਗਲੀ ਵਿਆਕਰਨਿਕ ਇਕਾਈ ਸਾਡੇ ਕੋਲ ਕੀ ਹੈ, ਵਾਕੰਸ਼। ਅਸੀਂ ਇਹਨਾਂ ਨੂੰ ਇਕੱਲੇ ਵੀ ਪੜ੍ਹਾਂਗੇ। ਉਸ ਤੋਂ ਬਾਅਦ ਵਾਕੰਸ਼ ਤੋਂ ਬਾਅਦ ਉਪਵਾਕ ਅਤੇ ਉਪਵਾਕ ਤੋਂ ਬਾਅਦ ਵਾਕ ਭਾਸ਼ਾ ਦੀ ਵੱਡੀ ਇਕਾਈ ਮੰਨੀ ਗਈ ਹੈ। ਸੋ ਵਾਕ ਨੂੰ ਸਮਝਣ ਤੋਂ ਪਹਿਲਾਂ, ਵਾਕ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਜਿਹੜਾ ਆ ਉਹ ਵਾਕੰਸ਼ ਬਾਰੇ ਵੀ ਜਾਣਨਾ ਪਏਗਾ। ਇਸ ਤੋਂ ਇਲਾਵਾ ਉਪਵਾਕ ਕਿਸ ਨੂੰ ਕਿਹਾ ਜਾਂਦਾ ਹੈ ਉਹਦੇ ਬਾਰੇ ਵੀ ਜਿਹੜੀ ਹੈ ਉਹ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ। ਲੇਕਿਨ ਸਭ ਤੋਂ ਪਹਿਲਾਂ ਵਿਆਕਰਨਿਕ ਇਕਾਈਆਂ ਹੁੰਦੀਆਂ ਕੀ ਨੇ ਭਾਸ਼ਾ ਦੇ ਵਿੱਚ। ਜਿਹੜਾ ਆ ਭਾਸ਼ਾ ਦੀਆਂ ਜਿਹੜੀਆਂ ਇਕਾਈਆਂ ਵਿਆਕਰਨਿਕ ਵਿਧਾਨ ਵਿੱਚ ਰੂਪ ਜਾਂ ਵਰਗ ਦੇ ਪੱਖ ਤੋਂ ਆਪਣੀ ਵੱਖਰੀ ਪਹਿਚਾਣ ਰੱਖਦੀਆਂ ਨੇ, ਉਹ ਕੀ ਮੰਨੀਆਂ ਗਈਆਂ ਨੇ, ਵਿਆਕਰਨਿਕ ਇਕਾਈਆਂ ਮੰਨੀਆਂ ਗਈਆਂ ਨੇ। ਔਰ ਇਹ ਵਿਆਕਰਨਿਕ ਨਿਯਮਾਂ ਵਿੱਚ ਬੱਝੀਆਂ ਹੁੰਦੀਆਂ ਨੇ। ਆਪ ਛੋਟੀਆਂ ਇਕਾਈਆਂ ਵੱਡੀਆਂ ਇਕਾਈਆਂ ਨੂੰ ਜਨਮ ਦਿੰਦੀਆਂ ਨੇ, ਭਾਵ ਉਹ ਉਹਨਾਂ ਦੇ ਰਚਨਾਤਮਕ ਅੰਗ ਹੁੰਦੀਆਂ ਨੇ। ਭਾਵੰਸ਼ ਤੋਂ ਸ਼ਬਦ ਬਣਦੇ ਨੇ, ਸ਼ਬਦ ਤੋਂ ਵਾਕੰਸ਼ਾਂ ਦੀ ਰਚਨਾ ਹੁੰਦੀ ਹੈ, ਵਾਕੰਸ਼ ਤੋਂ ਅੱਗੇ ਉਪਵਾਕ ਦੇ ਵਾਕਾਂ ਦੀ ਰਚਨਾ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਜਿੰਨੀਆਂ ਵੀ ਵਿਆਕਰਨਿਕ ਇਕਾਈਆਂ ਨੇ, ਇਹ ਵੱਡੀ ਇਕਾਈ ਕਿਸ ਨੂੰ ਜਨਮ ਦਿੰਦੀਆਂ ਨੇ, ਵਾਕ ਨੂੰ। ਠੀਕ ਹੈ, ਵਾਕ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹਾ ਵਾਕੰਸ਼ ਅਤੇ ਉਪਵਾਕ ਦੇ ਅਰਥ ਜਿਹੜੇ ਨੇ ਉਹ ਸਮਝ ਲੈਂਦੇ ਹਾਂ। ਵਾਕੰਸ਼ ਕੀ ਹੈ, ਉਹ ਆਧੁਨਿਕ ਵਿਆਕਰਨ ਦੀ ਹੀ ਦੇਣ ਹੈ ਔਰ ਇਸ ਨੂੰ ਕੀ ਕਿਹਾ ਜਾਂਦਾ ਹੈ, ਵਾਕ ਦਾ ਇੱਕ ਅੰਸ਼। ਵਾਕੰਸ਼ ਦਾ ਅਰਥ ਕੀ ਹੈ, ਵਾਕ ਪਲੱਸ ਅੰਸ਼, 2 ਸ਼ਬਦਾਂ ਦੇ ਮੇਲ ਤੋਂ ਬਣਿਆ ਆ। ਸੋ ਵਾਕੰਸ਼ ਕੀ ਹੁੰਦਾ ਆ, ਵਾਕ ਦਾ ਇੱਕ ਅੰਸ਼ ਹੁੰਦਾ ਆ। ਇਹ ਭਾਸ਼ਾਈ ਬਣਤਰ ਦੇ ਵਿੱਚ ਜਿਹੜਾ ਆ ਵਾਕ ਬਣਤਰ ਵਿੱਚ ਵਾਕੰਸ਼ ਜਿਹੜਾ ਉਪਵਾਕ ਤੋਂ ਛੋਟੀ ਅਤੇ ਜਿਹੜਾ ਆ ਉਹ ਸ਼ਬਦ ਤੋਂ ਵੱਡੀ ਇਕਾਈ ਮੰਨੀ ਗਈ ਹੈ। ਔਰ ਇਹ ਸ਼ਬਦੀ ਵੀ ਹੋ ਸਕਦਾ, ਇੱਕ ਸ਼ਬਦੀ ਵੀ ਹੋ ਸਕਦਾ, ਬਹੁਤ ਸ਼ਬਦੀ ਵੀ ਹੋ ਸਕਦਾ ਹੈ। ਜਿੱਥੇ ਸ਼ਬਦ ਦੀ ਅਰਥਗਤ ਸ਼੍ਰੇਣੀ, ਉੱਥੇ ਵਾਕ ਜਿਹੜੀ ਹੈ ਉਹ ਕਾਰਜੀ ਸ਼੍ਰੇਣੀ ਦੇ ਅਧੀਨ ਜਿਹੜਾ ਉਹ ਵਿਚਾਰਿਆ ਜਾਂਦਾ, ਇਸ ਦੀ ਵਿਚਾਰ ਚਰਚਾ ਕੀਤੀ ਜਾਂਦੀ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਵਾਕੰਸ਼ ਜਿਹੜੀ ਆ ਵਾਕ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਿਉਂਕਿ ਅਸੀਂ ਜਦੋਂ ਬੋਲਦੇ ਹਾਂ ਸਾਡੇ ਮੂੰਹ ਵਿੱਚੋਂ ਬਹੁਤ ਸਾਰੇ ਸ਼ਬਦ ਨਿਕਲਦੇ ਨੇ। ਇਹਨਾਂ ਵਿੱਚ ਜਿਹੜੇ ਸ਼ਬਦ ਨੇ ਇਹ ਜਿਹੜਾ ਕਿਸੇ ਨਾ ਕਿਸੇ ਸ਼੍ਰੇਣੀ ਜਿਹੜੇ ਨੇ ਨਾਲ ਸੰਬੰਧਿਤ ਹੁੰਦੇ ਨੇ, ਜਿਵੇਂ ਨਾਂਵ ਵਾਕੰਸ਼, ਕਿਰਿਆ ਵਾਕੰਸ਼। ਸੋ ਇਸ ਤਰੀਕੇ ਦੇ ਨਾਲ ਭਾਸ਼ਾ ਦੀਆਂ ਜਿਹੜੀਆਂ ਨੇ ਉਹ 8 ਸ਼ਬਦ ਸ਼੍ਰੇਣੀਆਂ ਨੇ, ਜਿਨ੍ਹਾਂ ਵਿੱਚੋਂ ਨਾਂਵ ਵਿਸ਼ੇਸ਼ਣ, ਕਿਰਿਆ ਅਤੇ ਕਿਰਿਆ ਵਿਸ਼ੇਸ਼ਣ ਕਿਹਦੀ ਰਚਨਾ ਕਰਦੀਆਂ ਨੇ, ਵਾਕੰਸ਼ ਦੀ ਭੂਮਿਕਾ ਜਿਹੜੀਆਂ ਨੇ ਉਹ ਨਿਭਾਉਂਦੀਆਂ ਨੇ। ਜਿਵੇਂ ਉਦਾਹਰਨ ਵਜੋਂ ਮੁੰਡਾ ਪੜ੍ਹ ਰਿਹਾ ਆ, ਠੀਕ ਹੈ, ਜਾਂ ਬੱਚਾ ਖੇਡ ਰਿਹਾ, ਇੱਥੇ ਬੱਚਾ ਕੀ ਹੈ, ਨਾਂਵ ਵਾਕੰਸ਼, ਅਤੇ ਖੇਡ ਰਿਹਾ ਕੀ ਹੈ, ਕਿਰਿਆ ਵਾਕੰਸ਼। ਭਾਵ ਵਾਕੰਸ਼ ਉਹ ਅੰਸ਼ ਨੇ, ਵਾਕ ਦਾ ਛੋਟਾ ਅੰਸ਼, ਜੋ ਅਸੀਂ ਵਾਕ ਨੂੰ ਛੋਟੇ ਅੰਸ਼ਾਂ ਵਿੱਚ ਵੰਡਦੇ ਹਾਂ ਅਤੇ ਇਹ ਆਪਣਾ ਜਿਹੜੇ ਸ਼ਬਦ ਨੇ ਇਹ ਆਪਣੀ ਸ਼੍ਰੇਣੀ ਜਿਹੜੀ ਆ ਉਹਦੀ ਪਹਿਚਾਣ ਕਰਵਾਉਂਦੀਆਂ ਨੇ। ਜਿਵੇਂ ਬੱਚਾ ਕਿਸ ਸ਼੍ਰੇਣੀ ਵਿੱਚ ਆਏਗਾ, ਨਾਂਵ ਸ਼੍ਰੇਣੀ ਵਿੱਚ ਆਏਗਾ। ਖੇਡ ਜਿਹੜੀ ਆ ਉਹ ਵੀ ਨਾਂਵ ਸ਼੍ਰੇਣੀ ਵਿੱਚ ਆਏਗੀ। ਰਿਹਾ ਜਿਹੜਾ ਆ ਉਹ ਕਿਹਦੇ ਵਿੱਚ ਆਏਗੀ, ਕਿਰਿਆ ਵਿੱਚ ਆਈ ਹੈ। ਬੱਚਾ ਖੇਡ ਰਿਹਾ, ਖੇਡਣਾ ਉਹਦੀ ਕਿਰਿਆ ਆ। ਖੇਡ ਰਿਹਾ ਜਿਹੜਾ ਉਹਦੀ ਕਿਰਿਆ ਵਿੱਚ ਆਏਗਾ। ਔਰ ਬੱਚਾ ਕੀ ਹੈ, ਉਹ ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼ 2 ਸ਼ਬਦ ਸਮੂਹ ਜਾਂ 2 ਸ਼ਬਦ ਵਾਕੰਸ਼ ਸਾਨੂੰ ਜਿਹੜੇ ਨਜ਼ਰੀ ਪੈ ਰਹੇ ਨੇ। ਸੋ ਜਿਹੜਾ ਆ ਜੇ ਅਸੀਂ ਵਾਕੰਸ਼ ਨੂੰ
ਥੋੜ੍ਹੇ ਸ਼ਬਦਾਂ ਵਿੱਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਕਿ ਵਾਕੰਸ਼ ਫਿਰ ਕੀ ਹੋਏਗਾ। ਵਾਕੰਸ਼ ਭਾਸ਼ਾ ਦੇ ਵਿੱਚ ਜਿਹੜਾ ਆ, ਭਾਸ਼ਾ ਦੇ ਵਿੱਚ ਅਜਿਹਾ ਜਿਹੜਾ ਆ ਉਹ ਸਮੂਹ ਹੈ। ਕਹਿੰਦੇ ਵਾਕੰਸ਼ ਇੱਕ ਜਾਂ ਵਧੇਰੇ ਸ਼ਬਦਾਂ ਦਾ ਅਜਿਹਾ ਸਮੂਹ ਹੈ ਜਿਸ ਦਾ ਇੱਕ ਸ਼ਬਦ ਜਾਂ ਸ਼ਬਦ ਸਮੂਹ ਦੇ ਤੌਰ 'ਤੇ ਵਾਕ ਵਿੱਚ ਇੱਕ ਰਚਨਾਤਮਕ ਕਾਰਜ ਹੁੰਦਾ ਹੈ। ਸੋ ਵਾਕ ਵਿੱਚ ਜਿਹੜਾ ਆ ਇਹ ਵਿਚਰਦਾ ਹੈ ਔਰ ਸ਼ਬਦ ਤੋਂ ਵੱਡੀ ਤੇ ਉਪਵਾਕ ਤੋਂ ਛੋਟੀ ਇਕਾਈ ਮੰਨੀ ਗਈ ਹੈ। ਵਾਕੰਸ਼ ਤੋਂ ਬਾਅਦ ਸਾਡੇ ਕੋਲ ਕੀ ਅਗਲੀ ਚੀਜ਼ ਆਉਂਦੀ ਹੈ, ਉਪਵਾਕ ਆਉਂਦਾ ਹੈ। ਉਪਵਾਕ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ। ਉਪਵਾਕ ਦਾ ਜਿਵੇਂ ਦੇ ਨਾਂ ਤੋਂ ਹੀ ਸਪਸ਼ਟ ਹੈ, ਉਪ ਤੇ ਵਾਕ, ਠੀਕ ਹੈ। ਕਹਿੰਦੇ ਇਹ ਇਕਾਈ ਆਪਣੇ ਆਪ ਵਿੱਚ ਤਾਂ ਵਾਕ ਦੀ ਸਮਰੱਥਾ ਵਾਲੀ ਹੁੰਦੀ ਹੈ ਪਰ ਵਾਕ ਤੋਂ ਛੋਟੀ ਹੁੰਦੀ ਹੈ। ਇੰਜ ਵਾਕ ਦਾ ਉਹ ਹਿੱਸਾ ਜੋ ਆਪਣੇ ਆਪ ਵਿੱਚ ਵਾਕ ਵਰਗਾ ਹੋਵੇ ਜਾਂ ਉਪਵਾਕ ਅਖਵਾਉਂਦਾ ਆ। ਜੇਕਰ ਤਕਨੀਕੀ ਸ਼ਬਦਾਵਲੀ ਦੀ ਗੱਲ ਕਰੀਏ ਤਾਂ ਉਪਵਾਕ ਉਹ ਹੈ ਜਿਸ ਦਾ ਇੱਕ ਉਦੇਸ਼, ਠੀਕ ਹੈ, ਇੱਕ ਉਦੇਸ਼ ਤੇ ਇੱਕ ਵਿਧੇਯ ਹੋਵੇ, ਠੀਕ ਹੈ। ਉਪਵਾਕ ਦੇ ਵਿੱਚ ਇੱਕ ਉਦੇਸ਼ ਜਾਂ ਵਿਧੇਯ ਹੁੰਦਾ ਇਹਦਾ ਆਪਣਾ, ਔਰ ਇਹ ਭਾਸ਼ਾਈ ਇਕਾਈ ਜੋ ਵਾਕ ਦਾ ਅੰਗ ਹੁੰਦੀ ਹੋਈ ਵੀ ਆਪਣੇ ਆਪ ਵਿੱਚ ਸੁਤੰਤਰ ਵਾਕ ਹੋਵੇ ਜਾਂ ਫਿਰ ਨਾ ਹੋਵੇ। ਮਤਲਬ ਇਹ ਕਿ ਉਪਵਾਕ ਸੁਤੰਤਰ ਵਾਕ ਵੀ ਹੋ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ। ਸੋ ਉਪਵਾਕ ਇੱਕ ਵਾਕ ਦਾ ਹਿੱਸਾ ਹੁੰਦਾ ਹੈ, ਵਾਕ ਵਰਗਾ ਹੀ ਹੁੰਦਾ ਆ। ਵਾਕ ਬਣਤਰ ਵਿੱਚ ਜਿਹੜਾ ਉਪਵਾਕਾਂ ਨੂੰ ਜਿਹੜਾ ਆ ਜੋੜਨ ਵਾਸਤੇ ਕੀ ਵਰਤਿਆ ਜਾਂਦਾ ਆ, ਯੋਜਕ। ਉਪਵਾਕ ਵਿੱਚ ਜਦੋਂ ਅਸੀਂ ਦੋ ਵਾਕਾਂ ਨੂੰ ਜੋੜਦੇ ਹਾਂ ਤੇ ਯੋਜਕ ਦੀ ਮਦਦ ਦੇ ਨਾਲ ਜਿਹੜਾ ਆ ਉਹ ਜੋੜਦੇ ਹਾਂ। ਔਰ ਇਸ ਤੋਂ ਇਲਾਵਾ ਜਿਹੜਾ ਆ ਉਪਵਾਕ ਦਾ ਹਮੇਸ਼ਾ ਇੱਕ ਉਦੇਸ਼ ਜਾਂ ਵਿਧੇਯ ਜ਼ਰੂਰ ਹੁੰਦਾ ਹੈ ਔਰ ਆਪਣੇ ਆਪ ਵਿੱਚ ਸੁਤੰਤਰ ਵਾਕ ਬਣ ਵੀ ਸਕਦਾ ਔਰ ਤੇ ਨਹੀਂ ਵੀ ਬਣ ਸਕਦਾ। ਇਸੇ ਆਧਾਰ 'ਤੇ ਇਹਦੀਆਂ ਦੋ ਕਿਸਮਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਨੇ, ਸੁਤੰਤਰ ਜਾਂ ਸਵਾਧੀਨ ਉਪਵਾਕ, ਜਿਹੜਾ ਆਪਣੇ ਆਪ ਵਿੱਚ ਸੁਤੰਤਰ ਹੈ, ਕਿਸੇ ਦੂਜੇ ਵਾਕ ਦੇ ਅਧੀਨ ਨਹੀਂ ਹੈ। ਜਿਵੇਂ ਮੈਂ ਰਾਮ ਸਕੂਲੇ ਜਾਂਦਾ ਹੈ, ਠੀਕ ਹੈ, ਜਾਂ ਰਾਮ ਮਿਹਨਤੀ ਬੱਚਾ ਹੈ। ਇਸ ਤਰੀਕੇ ਦਾ ਨਾ ਅਧੀਨ ਉਪਵਾਕ ਵਿੱਚ ਕੀ ਹੈ, ਜੋ ਪਹਿਲੇ ਵਾਕ ਦੇ ਅਧੀਨ ਹੈ, ਜੋ ਸੁਤੰਤਰ ਰੂਪ ਵਿੱਚ ਵਿਚਰਨ ਦੀ ਸਮਰੱਥਾ ਨਹੀਂ ਰੱਖਦਾ। ਜਿਵੇਂ ਜੇਕਰ ਰਾਮ ਮਿਹਨਤ ਕਰੇਗਾ ਤਾਂ ਹੀ ਉਹ ਪਾਸ ਹੋ ਸਕਦਾ ਹੈ। ਮਤਲਬ ਇਹ ਅਧੀਨ ਉਪਵਾਕ ਹੈਗਾ ਆ, ਆਪਣੇ ਆਪ ਵਿੱਚ ਸੁਤੰਤਰ ਵਾਕ ਜਿਹੜਾ ਹੈ ਦੇ ਤੌਰ 'ਤੇ ਵਿਚਰਨ ਦੇ ਸਮਰੱਥ ਨਹੀਂ ਹੈਗਾ। ਸੋ ਇਸ ਉਮੀਦ ਹੈ ਕਿ ਸਮਝ ਆਈ ਹੋਏਗੀ ਉਪਵਾਕ। ਅਤੇ ਉਪਵਾਕ ਤੋਂ ਬਾਅਦ ਸਾਡੇ ਕੋਲ ਜਿਹੜਾ ਆ ਵੱਡੀ ਇਕਾਈ ਕਿਹੜੀ ਆਉਂਦੀ ਹੈ, ਵਾਕ ਦੀ। ਸਾਡੇ ਕੋਲ ਜਿਹੜੇ ਆ ਅਗਲੀ ਵੱਡੀ ਇਕਾਈ ਉਹ ਹੈਗੀ ਹੈ ਵਾਕ। ਵਾਕ ਦੀਆਂ ਕਿਸਮਾਂ ਕਰਨ ਤੋਂ ਪਹਿਲਾਂ ਅਸੀਂ ਵਾਕ ਦੇ ਅਰਥਾਂ ਨੂੰ ਸਮਝਦੇ ਹਾਂ। ਵਾਕ ਹੁੰਦਾ ਕੀ ਹੈ, ਕਹਿੰਦੇ ਕਿ ਭਾਸ਼ਾ ਦੀ ਵੱਡੀ ਤੋਂ ਵੱਡੀ ਸੁਤੰਤਰ ਸਾਰਥਿਕ ਇਕਾਈ ਨੂੰ ਵਿਆਕਰਨਿਕ ਇਕਾਈ ਨੂੰ ਕੀ ਕਿਹਾ ਜਾਂਦਾ ਹੈ, ਵਾਕ ਕਿਹਾ ਜਾਂਦਾ ਹੈ। ਭਾਵ ਬਾਕੀ ਛੋਟੀਆਂ ਇਕਾਈਆਂ ਜਿਵੇਂ ਉਪਵਾਕ ਹੈ, ਵਾਕੰਸ਼ ਹੈ ਆਦਿ ਦਾ ਹੀ ਪ੍ਰਬੰਧ ਹੁੰਦਾ ਹੈ ਵਾਕ, ਪਰ ਇਹ ਆਪ ਕਿਸੇ ਦੂਸਰੀਆਂ ਇਕਾਈਆਂ ਦੇ ਅਧੀਨ ਨਹੀਂ ਹੁੰਦਾ। ਔਰ ਕਿਉਂਕਿ ਵਾਕ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਇਸ ਕਰਕੇ ਸੁਤੰਤਰ ਤੇ ਸਾਰਥਕ ਹੁੰਦੀ ਹੈ। ਸੋ ਉਦਾਹਰਨ ਵਜੋਂ ਜਾਂ ਇਹਦੀ ਪਰਿਭਾਸ਼ਾ ਅਸੀਂ ਕਰ ਲੈਂਦੇ ਹਾਂ, ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਜੋ ਆਪਣੇ ਸੰਰਚਨਾਤਮਕ ਮਤਲਬ ਸਟਰਕਚਰ, ਜੋ ਆਪਣੇ ਸੰਰਚਨਾਤਮਕ ਸੰਗਠਨ ਕਰਕੇ ਕਿਸੇ ਦੂਸਰੀ ਵਿਆਕਰਨਿਕ ਇਕਾਈ ਦੇ ਅਧੀਨ ਨਹੀਂ ਹੁੰਦੀ, ਉਹਨੂੰ ਕੀ ਕਹਿੰਦੇ ਆ, ਵਾਕ। ਅਸੀਂ ਜਿੰਨੀਆਂ ਵੀ ਵਿਆਕਰਨਿਕ ਇਕਾਈਆਂ ਵੇਖੀਆਂ ਨੇ, ਪੜ੍ਹੀਆਂ ਨੇ, ਉਹਨਾਂ ਵਿੱਚੋਂ ਸਭ ਤੋਂ ਸਿਰਮੌਰ ਔਰ ਸਭ ਤੋਂ ਉੱਤਮ ਸੁਤੰਤਰ ਇਕਾਈ ਕਿਹੜੀ ਹੈ, ਵਾਕ। ਅੱਗੇ ਹੈ ਵਾਕ ਦੀਆਂ ਕਿਸਮਾਂ। ਕਿਸਮਾਂ ਕਰਨ ਤੋਂ ਪਹਿਲਾਂ ਅਸੀਂ ਵਾਕ ਦੇ ਦੋ ਤੱਤ ਨੇ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਵਾਕ ਵਿੱਚ ਦੋ ਤੱਤ ਕਾਰਜਸ਼ੀਲ ਹੁੰਦੇ ਨੇ, ਇੱਕ ਉਦੇਸ਼ ਤੇ ਦੂਜਾ ਵਿਧੇਯ, ਠੀਕ ਹੈ। ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਜਾਂ ਜਿਹਦੇ ਬਾਰੇ ਕੁਝ ਦੱਸਿਆ ਪੁੱਛਿਆ ਜਾਂਦਾ ਉਹਨੂੰ ਕੀ ਕਹਿੰਦੇ ਨੇ, ਉਦੇਸ਼। ਜੋ ਦੱਸਿਆ ਜਾਂਦਾ ਉਹ ਕੀ ਹੈ, ਵਿਧੇਯ। ਭਾਵ ਉਦੇਸ਼ ਕੀ ਹੈ, ਨਾਂਵ, ਤੇ ਵਿਧੇਯ ਕੀ ਹੈ, ਕਿਰਿਆ। ਜਿਵੇਂ ਕਾਲਾ ਕੁੱਤਾ ਤੇਜ਼ ਦੌੜਦਾ ਹੈ, ਸਾਡੇ ਕੋਲ ਉਦਾਹਰਣ ਹੈ ਇਹਦੇ ਵਿੱਚ, ਜਿਹਦੇ ਬਾਰੇ ਕਿਹਦੇ ਬਾਰੇ ਦੱਸਿਆ ਜਾ ਰਿਹਾ ਹੈ, ਕਾਲੇ ਕੁੱਤੇ ਬਾਰੇ। ਸੋ ਕਾਲਾ ਕੁੱਤਾ ਕੀ ਹੈ, ਉਦੇਸ਼। ਕੀ ਦੱਸਿਆ ਜਾ ਰਿਹਾ ਹੈ, ਤੇਜ਼ ਦੌੜਦਾ ਹੈ, ਤੇਜ਼ ਦੌੜਦਾ ਕੀ ਹੈ, ਵਿਧੇਯ ਹੈ। ਇਸੇ ਤਰ੍ਹਾਂ ਜਿਹੜਾ ਆ ਮੁੰਡਾ ਕਿਤਾਬ ਪੜ੍ਹਦਾ ਹੈ ਵਿੱਚ ਜੋ ਜਿਹਦੇ ਬਾਰੇ ਜੋ ਦੱਸਿਆ ਜਾ ਰਿਹਾ, ਮੁੰਡੇ ਬਾਰੇ ਦੱਸਿਆ ਜਾ ਰਿਹਾ ਕਿ ਉਹ ਕਿਤਾਬ ਪੜ੍ਹਦਾ, ਇਸ ਕਰਕੇ ਉਦੇਸ਼ ਹੈ। ਦੱਸਿਆ ਕੀ ਜਾ ਰਿਹਾ ਕਿ ਉਹ ਕਿਤਾਬ ਪੜ੍ਹਦਾ ਹੈ, ਸੋ ਉਹ ਕੀ ਹੈ, ਵਿਧੇਯ ਹੈ। ਸੋ ਵਿਆਕਰਨਿਕ ਪੱਖ ਤੋਂ ਵਾਕ, ਉਦੇਸ਼ ਤੇ ਵਿਧੇਯ ਦੋ ਅੰਗਾਂ ਵਾਲਾ ਆਪਣੇ ਆਪ ਵਿੱਚ ਸੰਪੂਰਨ ਤੇ ਸਾਰਥਕ ਉਚਾਰ ਹੈ। ਕਲੀਅਰ ਹੈ। ਸੋ ਵਾਕ ਨੂੰ ਇੱਕ ਵਾਰੀ ਦੁਬਾਰਾ ਮੈਂ ਡਿਫਾਈਨ ਕਰ ਦਿੰਦੀ ਹਾਂ। ਵਿਆਕਰਨਿਕ ਪੱਖ ਤੋਂ ਵਾਕ, ਉਦੇਸ਼ ਤੇ ਵਿਧੇਯ ਦੋ ਅੰਗਾਂ ਵਾਲਾ ਆਪਣੇ ਆਪ ਵਿੱਚ ਸੰਪੂਰਨ ਤੇ ਸਾਰਥਿਕ ਉਚਾਰ ਹੈ। ਅੱਗੋਂ ਹੈਗੀਆਂ ਨੇ ਵਾਕ ਦੀਆਂ ਕਿਸਮਾਂ। ਵਾਕ ਦੀਆਂ ਕਿਸਮਾਂ ਬਾਰੇ ਜਿਹੜਾ ਅਸੀਂ ਗੱਲ ਅਗਲੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਕਰਾਂਗੇ। ਸੋ ਇਸ ਵੀਡੀਓ ਦੇ ਦੋ ਪਾਰਟ ਹੋਣਗੇ। ਪਹਿਲੇ ਪਾਰਟ ਦੇ ਵਿੱਚ ਅਸੀਂ ਜਿਹੜਾ ਵਿਆਕਰਨਿਕ ਇਕਾਈਆਂ ਬਾਰੇ ਗੱਲ ਕੀਤੀ ਹੈ, ਵਾਕੰਸ਼ ਤੇ ਉਪਵਾਕ ਨੂੰ ਸਮਝਿਆ ਆ, ਵਾਕ ਦੇ ਅਰਥਾਂ ਬਾਰੇ ਗੱਲ ਕੀਤੀ ਹੈ। ਅਗਲੀ ਵੀਡੀਓ ਦੇ ਵਿੱਚ ਜਿਹੜਾ ਆ ਉਹ ਆਪਾਂ ਵਾਕ ਦੀਆਂ ਜਿੰਨੀਆਂ ਵੀ ਕਿਸਮਾਂ ਨੇ ਬਣਤਰ ਦੇ ਆਧਾਰ 'ਤੇ ਕਾਰਜ ਦੇ ਆਧਾਰ 'ਤੇ ਇਹਨਾਂ ਕਿਸਮਾਂ ਬਾਰੇ ਗੱਲ ਕਰਾਂਗੇ। ਤੀਜੀ ਵੀਡੀਓ ਵਿੱਚ ਅਸੀਂ ਜਿਹੜਾ ਵਾਕ ਵਟਾਂਦਰਾ ਬਾਰੇ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।